ਸੋ ਤੁਸੀਂ ਹੁਣ ਤੁਸੀਂ BA ਕਰਕੇ ਲਾਅ ਦੀ ਡਿਗਰੀ ਕਰ ਰਹੇ ਸੀਗੇ ਤੇ ਵਿੱਚ ਵਿਚਾਰੇ ਛੱਡ ਕੇ ਹਾਲਾਤ ਇਹੋ ਜਿਹੇ ਬਣੇ ਤਾਂ ਹੁਣ ਤੁਸੀਂ ਟਰੱਕਿੰਗ ਇੰਡਸਟਰੀ ਵਿੱਚ ਟਰੱਕ ਨੂੰ ਚਲਾਉਂਦੇ ਹੋ ਇੱਕ ਔਰਤ ਹੋ ਕੇ ਕਿੰਨਾ ਤੁਸੀਂ ਸਖਤ ਮਿਹਨਤ ਕਰ ਰਹੇ ਹੋ ਕੁਲਵਿੰਦਰ ਇਸ ਰੂਟ ਟਡਰੀਆਂ ਸੰਗਰੂਰ ਚ ਖਾਮਨ ਮੇਰਾ ਫੇਵਰੇਟ ਬੰਦਾ ਟਡਰੀਆਂ ਵਾਲਾ ਆਰ ਯੂ ਕਿਡਿੰਗ ਨਹੀਂ ਤਾਂ ਮੈਂ ਨਹੀਂ ਕਹਿ ਰਹੀ ਮੈਂ ਸਰਕਾਸਟਿਕ ਵੇ ਨਾਲ ਕਹਿ ਰਹੀ ਹਾਂ ਕਿ ਤੁਸੀਂ ਫਿਰ ਤਕਰੀਬਨ ਕੋਈ 22 ਸਾਲ ਦੀ ਉਮਰ ਵਿੱਚ ਅਡਾਰੀ ਮਾਰੀ ਬਾਹਰਲੇ ਦੇਸ਼ ਨੂੰ ਸ਼ਾਦੀ ਤੁਸੀਂ ਕਿਸ ਉਮਰ ਵਿੱਚ ਕਰਾਈ ਮੇਰੀ ਸ਼ਾਦੀ ਹੋਈ ਸੀਗੀ I was 36 ਕਾਫੀ ਲੇਟ ਸ਼ਾਦੀ ਹੋਈ ਤੁਹਾਡੀ ਹਾਂਜੀ ਐਨੀਵੇ ਸੋ ਤੁਸੀਂ ਅਰੇਂਜ ਔਰ ਲਵ ਮੈਰਿਜ ਟੰਡਰੀਆਂ ਵਾਲਾ ਤੁਸੀਂ ਕਿਸ ਵੇਲੇ ਸਾਡੀ ਇੱਥੇ ਲੈ ਕੇ ਮੈਨੂੰ ਅਪਸੈਟ ਕਰ ਦਿੱਤਾ ਮੇਰਾ ਖਾਣਾ ਸਵਾਦ ਸੀ ਸਵੀਟ ਮਿਲਦਾ ਉਹ ਕਿਰਕਰਾ ਕਰ ਦਿੱਤਾ ਤੁਸੀਂ ਨਹੀਂ ਕਿਉਂਕਿ ਉਹ ਧਰਮ ਦਾ ਮਜ਼ਾਕ ਬਣਾਉਂਦਾ ਹੈ ਮੇਰੇ ਲਾਈਨ 'ਚ ਬ੍ਰਿਟਿਸ਼ ਕੋਲੰਬੀਆ ਤੋਂ ਕੁਲਵਿੰਦਰ ਕੌਰ ਨੇ ਕੁਲਵਿੰਦਰ ਵੈਲਕਮ ਟੂ ਸ਼ੋ ਹੈਲੋ ਮਿਸਟਰ ਵਾਸੀ ਵੈਲਕਮ ਟੂ ਸ਼ੋ ਕੁਲਵਿੰਦਰ ਜੀ ਆਪ ਜੀ ਦਾ ਸਵਾਗਤ ਹੈ ਥੈਂਕ ਯੂ ਮਿਸਟਰ ਵਾਸੀ ਜੋ ਤੁਸੀਂ ਕਹੋਗੇ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਹੋ ਕੇ ਸੱਚ ਕਹੋਗੇ ਹਾਂਜੀ ਬਿਲਕੁਲ ਮੈਂ ਜੋ ਵੀ ਕਹੂੰਗੀ ਸੱਚ ਦੇ ਸਿਵਾ ਕੁਝ ਨਹੀਂ ਕਹੂੰਗੀ ਮਿਹਰਬਾਨੀ ਅਸੀਂ ਟੈਲੀਕਾਸਟ ਕਰਨ ਜਾ ਰਹੇ ਹਾਂ ਆਪਣੀ ਹਰ ਟੈਕਨੋਲੋਜੀ ਤੇ ਤੁਹਾਡੇ ਕੋਲ ਅਸੀਂ ਰਾਈਟਸ ਲੈਣਾ ਚਾਹੁੰਦੇ ਹਾਂ ਹੱਕ ਲੈਣਾ ਚਾਹੁੰਦੇ ਹਾਂ ਬ੍ਰੌਡਕਾਸਟ ਟੈਲੀਕਾਸਟ ਕਰਨ ਦੀ ਤੁਹਾਡੀ ਆਵਾਜ਼ ਅਤੇ ਨਾਲ ਤੁਹਾਡੀ ਤਸਵੀਰ ਅਤੇ ਤੁਹਾਡੀ ਸਟੋਰੀ ਦੂਰੇ ਵਿੱਚ ਇਹ ਵਰਲਡ ਵਾਈਡ ਜਿਹੜੀ ਟੈਲੀਕਾਸਟ ਹੋਣ ਜਾ ਰਹੀ ਹੈ ਕੀ ਤੁਸੀਂ ਸਾਨੂੰ ਆਗਿਆ ਦੇ ਰਹੇ ਹੋ ਪ੍ਰੋਸੀਡ ਕਰਨ ਦੀ ਯੈਸ ਔਰ ਨੋ ਅਤੇ ਇਹ ਵੀ ਨਾਲ ਨੋਟ ਕਰ ਲੈਣਾ ਕਿ ਸਾਡੇ ਤੋਂ ਬਗੈਰ ਇਹ ਸਟੋਰੀ ਕੋਈ ਚੈਨਲ ਹੋ ਕਵਰ ਨਹੀਂ ਕਰੇਗਾ ਔਰ ਤੁਸੀਂ ਉਸ ਦੇ ਲੀਗਲੀ ਜ਼ਿੰਮੇਵਾਰ ਹੋਵੋਗੇ ਯੈਸ ਔਰ ਨੋ ਤੁਹਾਨੂੰ ਮੈਂ ਸਮਾਂ ਦੇ ਰਿਹਾ ਪ੍ਰੋਸੀਡ ਕਰਨ ਤੋਂ ਪਹਿਲਾਂ ਯੈਸ ਪਲੀਜ਼ ਪ੍ਰੋਸੀਡ ਯੈਸ ਪਲੀਜ਼ ਯੈਸ ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਜਿਹੜੇ ਲੋਕ ਇੱਕ ਦੋ ਵਿਅਕਤੀ ਨੇ ਉਹਨਾਂ ਨੇ ਮਨ ਦੇ ਵਿੱਚ ਜਿਹੜੀਆਂ ਗਲਤ ਫਹਿਮੀਆਂ ਨੇ ਉਹਨਾਂ ਨੂੰ ਤੜਫਣਗੇ ਉਹਨਾਂ ਦੀ ਆਪਣੀ ਕਮਜ਼ੋਰੀ ਹੈ ਜਿਸ ਕਰਕੇ ਲੋਕ ਦੂਜੇ ਬਾਰੇ ਬੋਲਦੇ ਨੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕੁਲਵਿੰਦਰ ਜੀ ਤੁਸੀਂ ਮੈਨੂੰ ਫੋਨ ਕੀਤਾ ਜਾਂ ਮੈਂ ਤੁਹਾਨੂੰ ਕੀਤਾ ਫੋਨ ਔਰ ਮੈਂ ਤੁਹਾਨੂੰ ਕਿੰਨੇ ਪੈਸੇ ਦਿੱਤੇ ਆ ਕਿ ਤੁਸੀਂ ਆਣ ਕੇ ਰੇਡੀਓ ਤੇ ਬੋਲੋ ਨਹੀਂ ਜੀ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਮੈਂ ਤੁਹਾਨੂੰ ਕੋਈ ਪੈਸਾ ਨਹੀਂ ਦਿੱਤਾ ਤੁਸੀਂ ਮੇਰੀ ਹੈਲਪ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਕੁਐਸਚਨ ਹੀ ਨਹੀਂ ਕੀਤਾ ਤੁਸੀਂ ਵੈਲਕਮ ਕੀਤਾ ਮੇਰਾ ਕਿ ਹਾਂ ਜੇ ਮੈਂ ਤੁਹਾਡੀ ਕੋਈ ਹੈਲਪ ਕਰ ਸਕਦਾ ਤੇ ਦੱਸੋ ਇਹਦੇ ਵਿੱਚ ਕੋਈ ਪੈਸਿਆਂ ਦੀ ਗੱਲ ਨਹੀਂ ਹੋਈ ਨਥਿੰਗ ਕੋਈ ਡਿਸਕਸ਼ਨ ਹੀ ਨਹੀਂ ਪੈਸੇ ਦੀ ਸੋ ਇਹ ਲੋਕਾਂ ਨੂੰ ਸਾਬਤ ਕਰਦੇ ਨੇ ਸਾਡੇ ਕਾਲਰਸ ਕਿ ਨਾ ਅਸੀਂ ਪੈਸਾ ਲੈਂਦੇ ਆ ਤੇ ਨਾ ਦਿੰਦੇ ਆ ਪਰ ਲੋਕਾਂ ਦੀ ਅਸੀਂ ਫ੍ਰੀ ਮਦਦ ਕਰਦੇ ਆ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਆ ਬਿਲਕੁਲ ਫ੍ਰੀ ਐਬਸੋਲੂਟਲੀ ਫ੍ਰੀ ਜੀ ਹਾਂ ਤੁਸੀਂ ਵੈਨਕੂਵਰ ਦੇ ਕਿਹੜੇ ਸ਼ਹਿਰ ਵਿੱਚ ਰਹਿੰਦੇ ਹੋ ਮੈਂ ਸਰੀ ਚ ਰਹਿੰਦੀ ਹਾਂ ਕਿੰਨੇ ਸਾਲ ਹੋਏ ਆਪ ਜੀ ਨੂੰ ਮੈਂ ਸਾਈਪ੍ਰਸ ਤੋਂ ਮੈਂ ਯੂਰਪ ਤੋਂ ਮੂਵ ਕੀਤੀ ਸੀਗੀ ਅੱਜ ਤੋਂ 6 ਸਾਲ ਪਹਿਲਾਂ ਕੁਲਵਿੰਦਰ ਤੁਸੀਂ ਆਪਣੀ ਜਰਨੀ ਤੁਹਾਡਾ ਪੰਜਾਬ ਦੇ ਵਿੱਚ ਪਿੰਡ ਕਿਹੜਾ ਆ ਮੇਰਾ ਪਿੰਡ ਹੈਗਾ ਜਲੰਧਰ ਬਾਈਪਾਸ ਦੇ ਕੋਲੇ ਬਹਾਦਰ ਕੇ ਇਹ ਜ਼ਿਲ੍ਹਾ ਕਿਹੜਾ ਹੈ ਇਹ ਜ਼ਿਲ੍ਹਾ ਲੁਧਿਆਣਾ ਅੱਛਾ ਬਹਾਦਰ ਕੇ ਮਤਲਬ ਨਾਲ ਹੁਣ ਅਟੈਚ ਹੋ ਗਿਆ ਆਪਣੇ ਲੁਧਿਆਣੇ ਚ ਜੀ ਹਾਂਜੀ ਬਹਾਦਰ ਕੇ ਦੇ ਵਿੱਚ ਤੁਸੀਂ ਜਨਮ ਲਿਆ ਮਾਤਾ ਪਿਤਾ ਦਾ ਨਾਮ ਕੀ ਹੈ ਮੇਰੇ ਪਿਤਾ ਜੀ ਦਾ ਨਾਮ ਸੁਖਵੰਤ ਸਿੰਘ ਆ ਤੇ ਮਾਤਾ ਜੀ ਦਾ ਨਾਮ ਸੁਰਿੰਦਰ ਕੌਰ ਆ ਸੁਖਵੰਤ ਸਿੰਘ ਸਰਦਾਰ ਸਾਹਿਬ ਅਤੇ ਬੀਬੀ ਜੀ ਸੁਰਿੰਦਰ ਕੌਰ ਜੀ ਇਹਨਾਂ ਦੀ ਉਮਰ ਤਕਰੀਬਨ ਆਈਡੀਆ ਕੋਈ ਉਹਨਾਂ ਦੀ ਉਮਰ ਕਲੋਜ਼ ਟੂ 70 ਆਪ ਜੀ ਦੀ ਮਦਰ ਨੇ ਕਿੰਨੇ ਬੱਚਿਆਂ ਨੂੰ ਜਨਮ ਦਿੱਤਾ ਮੇਰੇ ਕਹਿਣ ਭਾਵ ਤੁਸੀਂ ਕਿੰਨੇ ਭੈਣ ਭਰਾ ਹੋ ਅਸੀਂ 3 ਭੈਣ ਭਰਾ ਇੱਕ ਬ੍ਰਦਰ ਆ 2 ਸਿਸਟਰਸ ਆ ਇੱਕ ਭਰਾ ਆ ਅਤੇ 2 ਤੁਸੀਂ ਭੈਣਾਂ ਹੋ ਹਾਂਜੀ ਅਤੇ ਦੂਜੀ ਭੈਣ ਤੁਹਾਡੀ ਬਾਹਰਲੇ ਦੇਸ਼ ਵਿੱਚ ਹੈ ਜਾਂ ਫਿਰ ਇਹੋ ਪੰਜਾਬ ਵਿੱਚ ਹੈ ਉਹ ਇੱਥੇ ਕੈਨੇਡਾ 'ਚ ਹੀ ਰਹਿੰਦੇ ਨੇ ਮੇਰੇ ਲਾਗੇ ਹੀ ਇੱਥੇ ਸਰੀ 'ਚ ਹੀ ਰਹਿੰਦੇ ਹਾਂਜੀ ਤੁਹਾਡਾ ਬ੍ਰਦਰ ਇੰਡੀਆ ਵਿੱਚ ਹੈ ਹਾਂਜੀ ਉਹ ਇੰਡੀਆ 'ਚ ਉਹਨਾਂ ਦਾ ਨਾਮ ਕੀ ਹੈ ਉਹਦਾ ਨਾਮ ਜਸਮੋਹਨ ਸਿੰਘ ਹਾਂਜੀ ਜਸਮੋਹਨ ਸਿੰਘ ਜਸਮੋਹਨ ਸਿੰਘ ਸ਼ਾਦੀशुदा ਨੇ ਇਹ ਹਾਂਜੀ ਸ਼ਾਦੀशुदा ਨੇ ਸੋ ਸਭ ਨੇ ਤਸਵੀਰ ਜਿਹੜੀ ਮੈਂ ਭੇਜੀ ਸੀ ਉਹ ਲਾਓ ਤੁਹਾਨੂੰ ਮੈਂ ਇੱਕ ਤਸਵੀਰ ਭੇਜੀ ਆ ਉਹ ਤੁਸੀਂ ਲਾਓ ਪਲੀਜ਼ ਪ੍ਰੋਪਰ ਇਹਨਾਂ ਨੇ ਇੱਕ ਤਸਵੀਰ ਇੱਕ ਉਹ ਐਨਕ ਤੋਂ ਬਗੈਰ ਲਾਓ ਤਾਂ ਕਿ ਇਹ ਆਇਡੈਂਟੀਫਾਈ ਆਪਣੇ ਆਪ ਨੂੰ ਕਰਨਾ ਚਾਹੁੰਦੇ ਨੇ ਇਹ ਲੁਕੋ ਕੇ ਨਹੀਂ ਗੱਲ ਕਰਨੀ ਚਾਹੁੰਦੇ ਇਹ ਸਾਫ਼ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹਦੇ ਨਾਲ ਕਿਵੇਂ ਹੋਇਆ ਤੁਹਾਡੇ ਪਾਸ ਮੈਂ ਤਸਵੀਰ ਭੇਜੀ ਇਹਨਾਂ ਦੀ ਕੱਲ ਜੀ ਉਹ ਤਸਵੀਰ ਮਿਲ ਗਈ ਸੀ ਬਟ ਉਹ ਕੈਪੇਬਲ ਨਹੀਂ ਕਿ ਉਹ ਲੱਗ ਸਕੇ ਜੀ ਸਕਰੀਨ ਤੇ ਹਾਂਜੀ ਜੀ ਉਹ ਸਕਰੀਨ ਦੇ ਪਿਕਸਲ ਨਹੀਂ ਹੈਗੇ ਬਹੁਤ ਜ਼ਿਆਦਾ ਛੋਟੀ ਪਿਕਸਲ ਆ ਉਹਦੇ ਹੈਗੇ ਆ ਜੀ ਲੱਗ ਨਹੀਂ ਸਕਦੀ ਉਹ ਤਸਵੀਰ
ਓਕੇ ਫਾਈਨ। ਇਹਨਾਂ ਨੇ ਦੁਬਾਰੇ ਮੈਂ ਇਹਨਾਂ ਨੂੰ ਦੱਸਿਆ ਸੀ, ਇਹਨਾਂ ਨੇ ਦੁਬਾਰੇ ਆਪ ਭੇਜੀ ਹੈ ਜੀ। ਅਸੀਂ ਕੋਈ ਮੇਕ ਸ਼ੋਰ ਕਿ ਉਹੀ ਸਭ ਕੁਝ ਥੋੜਾ। ਸੋ ਇਹ ਤੁਹਾਡੀ ਤਸਵੀਰ ਹੈ ਆਪਣੀ ਜਿਹੜੀ ਟੈਲੀਕਾਸਟ ਕਰ ਰਹੇ ਸੀ? ਹਾਂਜੀ, ਇਹ ਤਸਵੀਰ ਮੇਰੀ ਹੈ ਜੀ। ਆਈ ਸੀ। ਇਹਨਾਂ ਦੇ ਨੰਬਰ ਤੋਂ ਮੈਨੂੰ ਮਿਲੀ ਹੈ ਜੀ। ਹਾਂ, ਕਿਉਂਕਿ ਮੇਕ ਸ਼ੋਰ ਕਿ ਹਾਂਜੀ ਕਈ ਵਾਰੀ ਲੋਕ ਸ਼ਰਾਰਤਾਂ ਕਰਦੇ ਨੇ। ਅੱਛਾ, ਮੈਂ ਇਹ ਜਾਣਨਾ ਚਾਹੁੰਦਾ ਤੁਸੀਂ ਕਿੰਨੀ ਉਮਰ ਦੇ ਇਸ ਵੇਲੇ? ਮੈਂ 45 ਦੇ ਹਾਂ। ਤੁਸੀਂ ਪੰਜਾਬ ਤੋਂ ਜਦੋਂ ਜਹਾਜ਼ ਫੜਿਆ ਪਹਿਲੀ ਵਾਰੀ ਕਿਹੜੇ ਸਾਲ 'ਚ, ਤਾਂ ਜਹਾਜ਼ ਤੁਹਾਨੂੰ ਕਿੱਥੇ ਲੈ ਗਿਆ? ਉਹ ਜਹਾਜ਼ ਮੈਨੂੰ ਜੀ ਯੂਰਪ 'ਚ ਲੈ ਗਿਆ, ਸਾਈਪ੍ਰਸ। ਮੈਂ ਉੱਥੋਂ ਇੰਡੀਆ ਤੋਂ ਮੈਂ ਗਈ ਸੀ 2000, if I'm not making a mistake, 2008। ਮੈਂ ਉੱਥੇ ਜਾ ਕੇ ਆਪਣਾ ਮੈਨੂੰ ਓਪਰਚੁਨਿਟੀ ਮਿਲੀ ਲਾਇਰ ਨਾਲ ਕੰਮ ਕਰਨ ਦੀ। ਮੈਂ ਇੱਕ ਲਾਅ ਫਰਮ 'ਚ ਕੰਮ ਕੀਤਾ 5 ਸਾਲ। ਤੇ ਨਾਲ ਦੀ ਨਾਲ ਮੈਂ ਕੋਰਟ ਦੇ ਵਿੱਚ ਟਰਾਂਸਲੇਟਰ ਸੀ, ਰਿਵਿਊਇੰਗ ਅਥਾਰਟੀ 'ਚ ਮੈਂ ਟਰਾਂਸਲੇਟਰ ਸੀ, ਤੇ ਪੁਲਿਸ ਸਟੇਸ਼ਨ ਜਦੋਂ ਉਹਨਾਂ ਨੂੰ ਲੋੜ ਪੈਂਦੀ ਸੀ ਟਰਾਂਸਲੇਟਰਸ ਦੇ ਕਾਲ ਮੀ। ਤੇ ਬਾਕੀ ਮੈਂ ਇੱਕ ਆਊਟਲੈਟ ਸਟੋਰ ਦੇ ਵਿੱਚ ਪਾਰਟ ਟਾਈਮ ਕੰਮ ਕੀਤਾ ਹੈ। ਸੋ ਇਹ ਮੇਰੀ ਜਰਨੀ। ਤੁਹਾਡੀ ਐਜੂਕੇਸ਼ਨ ਕੀ ਹੈ? ਮੈਂ BA ਕੀਤੀ ਆਰਟਸ ਦੇ ਵਿੱਚ ਇੰਡੀਆ ਤੋਂ, ਤੇ ਫੈਸ਼ਨ ਡਿਜ਼ਾਈਨਿੰਗ ਕੀਤੀ ਸੀ ਮੈਂ ਫਸਟ ਕਲਾਸ ਦੇ ਵਿੱਚ। ਗਾਟ ਬੈਸਟ ਫੈਸ਼ਨ ਡਿਜ਼ਾਈਨਰ ਅਵਾਰਡ ਮਿਲਿਆ ਸੀ ਮੈਨੂੰ ਜੀ। ਬਟ ਅਨਫੋਰਚੂਨੇਟਲੀ ਮੈਨੂੰ ਉੱਥੇ ਬਾਹਲਾ ਕਿਸੇ ਨੇ ਸਪੋਰਟ ਨਹੀਂ ਕੀਤਾ। ਮੈਂ ਆਪਣੀ ਬੁਟੀਕ ਖੋਲਣੀ ਚਾਹੁੰਦੀ ਸੀ। ਫਿਰ ਮੈਂ ਜਦੋਂ ਯੂਰਪ 'ਚ ਮੂਵ ਕੀਤਾ, ਉੱਥੇ ਜਾ ਕੇ ਮੈਂ ਲਾਅ ਡਿਗਰੀ ਆਪਣੀ ਕਰਨੀ ਚਾਹੁੰਦੀ ਸੀ, ਤੇ ਮੈਂ 2 ਸਾਲ ਲਾਏ ਉੱਥੇ। ਬਟ ਮੈਨੂੰ ਫਾਈਨੈਂਸ਼ੀਅਲੀ ਸਪੋਰਟ ਨਹੀਂ ਮਿਲੀ, ਇਕੱਲੀ ਹੋਣ ਕਰਕੇ ਮੈਂ ਉਹ ਪਰਸਿਊ ਨਹੀਂ ਕਰ ਸਕੀ, ਤੇ ਮੇਰੀ ਡਿਗਰੀ ਰਸਤੇ 'ਚ ਹੀ ਰਹਿ ਗਈ। ਤੁਸੀਂ ਫਿਰ ਤਕਰੀਬਨ ਕੋਈ 22 ਸਾਲ ਦੀ ਉਮਰ ਵਿੱਚ ਅਡਾਰੀ ਮਾਰੀ ਬਾਹਰਲੇ ਦੇਸ਼ ਨੂੰ? ਹਾਂਜੀ। ਸ਼ਾਦੀ ਤੁਸੀਂ ਕਿਸ ਉਮਰ ਵਿੱਚ ਕਰਾਈ? ਮੇਰੀ ਸ਼ਾਦੀ ਹੋਈ ਸੀਗੀ I was 36। ਕਾਫੀ ਲੇਟ ਸ਼ਾਦੀ ਹੋਈ ਤੁਹਾਡੀ? ਹਾਂਜੀ ਹਾਂਜੀ। ਐਨੀਵੇ, ਸੋ ਤੁਸੀਂ ਅਰੇਂਜ ਔਰ ਲਵ ਮੈਰਿਜ? ਅਰੇਂਜ ਕਮ ਲਵ। ਮੈਂ ਆਨਲਾਈਨ ਆਪਣਾ ਪ੍ਰੋਫਾਈਲ ਪਾਇਆ ਸੀ, ਤੇ ਜਿੱਤੇ ਤੇ ਮੈਨੂੰ ਮੇਰੇ ਹਸਬੰਡ ਨੇ ਮੈਨੂੰ ਅਪਰੋਚ ਕੀਤਾ। ਫਿਰ ਮੈਂ ਆਪਣੇ ਮਮ ਨੂੰ ਦੱਸਿਆ, ਆਪਣੇ ਡੈਡੀ ਨੂੰ ਦੱਸਿਆ ਕਿ ਏਦਾਂ ਇੱਕ ਲੜਕੇ ਨੇ ਮੈਨੂੰ ਅਪਰੋਚ ਕੀਤਾ। ਫਿਰ ਉਹਨਾਂ ਨੂੰ ਮੈਂ ਕਿਹਾ ਵੀ ਮੈਂ ਉਹਨੂੰ ਫਿਰ ਮੈਨੂੰ ਮੇਰੇ ਹਸਬੰਡ ਮਿਲਣ ਲਈ ਗਏ ਯੂਰਪ ਦੇ ਵਿੱਚ, ਤੇ ਫਿਰ ਉਹਨਾਂ ਨੇ ਮੈਨੂੰ ਇੱਥੇ ਇਨਵਾਈਟ ਕੀਤਾ। ਮੇਰੀ ਫੈਮਿਲੀ ਅਗਰੀ ਸੀ। ਫਿਰ ਮੈਂ ਆ ਕੇ ਇੱਥੇ ਵਿਆਹ ਕਰਾ ਲਿਆ। ਦੈਨ ਫਿਰ ਮੈਨੂੰ ਫਿਰ ਵਾਪਸ ਜਾਣਾ ਪਿਆ ਯੂਰਪ ਲਈ। 1 ਸਾਲ ਮੈਨੂੰ ਫਿਰ ਰਹਿਣਾ ਪਿਆ ਕਿਉਂਕਿ ਇਮੀਗ੍ਰੇਸ਼ਨ ਦੇ ਪਰਪਸਿਸ ਕਰਕੇ, ਤੇ ਫਿਰ PR ਹੋ ਕੇ ਫਿਰ ਮੈਂ ਇੱਧਰ ਆਈ ਸੀ 2015 ਦੇ ਵਿੱਚ। ਕਿੰਨੇ ਬੱਚਿਆਂ ਨੂੰ ਜਨਮ ਦੇ ਚੁੱਕੇ ਹੋ? ਸਾਡਾ ਕੋਈ ਬੱਚਾ ਨਹੀਂ ਜੀ। ਸੌਰੀ, ਸੈਡ ਪਾਰਟ। ਅੱਛਾ ਕੁਲਵਿੰਦਰ, ਤੁਸੀਂ ਬੜੇ ਵੈਲ ਐਜੂਕੇਟਡ ਹੋ ਔਰ ਓਵਰ ਕੁਆਲੀਫਾਈਡ ਹੋ। ਤੁਸੀਂ ਫਿਰ ਨੌਕਰੀ ਕੀ ਕਰਦੇ ਹੁਣ ਇੱਥੇ? ਕਿ ਤੁਹਾਡਾ ਕਾਰੋਬਾਰ ਕੀ ਹੈ, ਰੋਟੀ ਰੋਜ਼ੀ ਕੀ ਹੈ ਤੁਹਾਡੀ? ਮੈਂ ਜਦੋਂ ਇੱਥੇ ਆਈ ਸੀ ਜੀ, ਮੈਨੂੰ ਜੌਬ ਲੱਭਣ ਦੇ ਵਿੱਚ ਕਾਫੀ ਪ੍ਰੋਬਲਮ ਆਉਂਦੀ ਪਈ ਸੀ, ਕਿਉਂਕਿ ਉਹ ਇੱਥੇ ਮੈਂ ਲੀਗਲ ਫਰਮ ਦੇ ਵਿੱਚ ਜਾਣਾ ਚਾਹੁੰਦੀ ਸੀ, ਤੇ ਉਹ ਕੈਨੇਡੀਅਨ ਐਕਸਪੀਰੀਅੰਸ ਮੰਗ ਰਹੇ ਸੀ। ਤੇ ਫਿਰ ਮੈਂ ਹੋਰ ਕੋਈ ਕੰਮ ਮੈਨੂੰ ਠੀਕ ਨਹੀਂ ਸੀ ਲੱਗ ਰਿਹਾ ਕਰਨਾ। ਮੇਰੇ ਹਸਬੈਂਡ ਟਰੱਕ ਡਰਾਈਵਰ ਨੇ, ਤੇ ਫਿਰ ਮੈਂ ਟਰੱਕ ਦਾ ਲਾਇਸੈਂਸ ਲੈ ਲਿਆ, ਤੇ ਅਸੀਂ ਦੋਨੋਂ ਇਕੱਠੇ ਟਰੱਕ ਚਲਾਉਂਦੇ ਸੀ ਟੁਵਰਡਸ ਟੈਕਸਸ, ਕੈਲੀਫੋਰਨੀਆ, ontario। ਆਈ ਸੀ। ਸੋ ਤੁਸੀਂ ਹੁਣ ਤੁਸੀਂ BA ਕਰਕੇ ਲਾਅ ਡਿਗਰੀ ਕਰ ਰਹੇ ਸੀ, ਤੇ ਵਿੱਚ ਵਿਚਾਲੇ ਛੱਡ ਕੇ ਹਾਲਾਤ ਇਹੋ ਜਿਹੇ ਬਣੇ, ਤਾਂ ਹੁਣ ਤੁਸੀਂ ਟਰੱਕਿੰਗ ਇੰਡਸਟਰੀ ਵਿੱਚ ਟਰੱਕ ਨੂੰ ਚਲਾਉਂਦੇ ਹੋ ਇੱਕ ਔਰਤ ਹੋ ਕੇ। ਕਿੰਨਾ ਤੁਸੀਂ ਸਖਤ ਮਿਹਨਤ ਕਰ ਰਹੇ ਕੁਲਵਿੰਦਰ। ਆਈ ਸਲੂਟ ਯੂ। ਥੈਂਕ ਯੂ ਸਰ। ਕੁਲਵਿੰਦਰ, ਕਿਵੇਂ ਤੁਸੀਂ ਫਿਰ ਕੈਨੇਡਾ ਆ ਗਏ, ਤੁਹਾਡੇ ਹੁਣ ਤਾਂ ਸ਼ਾਦੀ ਹੋ ਗਈ ਹੈ, ਹੁਣ ਤੁਸੀਂ ਇਸ ਮੁਲਕ ਦੇ PR ਹੋ ਜਾਂ ਸਿਟੀਜ਼ਨ ਹੋ? ਮੈਂ PR ਹਾਂ ਜੀ। ਅੱਜ ਤੁਸੀਂ ਫਿਰ ਵਾਪਸ ਮੁੜ ਕੇ ਗਏ ਹੋ ਆਪਣੇ ਬਹਾਦਰ ਕੇ ਲੁਧਿਆਣੇ ਦੇ ਘੰਟਾ ਘਰ? ਮੁੜ ਕੇ ਘੰਟਾ ਘਰ ਦੀਆਂ ਘੰਟੀਆਂ ਸੁਣੀਆਂ ਕਿ ਨਹੀਂ? ਨਹੀਂ ਜੀ, ਮੇਰਾ ਕਦੀ ਦਿਲ ਹੀ ਨਹੀਂ ਕੀਤਾ ਜਾਣ ਨੂੰ। ਕਮ ਔਨ ਬੇਬੀ, ਵਾਈ ਇਜ਼ ਦੈਟ? ਤੁਹਾਡੇ ਮਮ ਡੈਡ ਉੱਥੇ ਨੇ, ਤੂੰ ਜਨਮ ਉੱਥੇ ਲਿਆ ਆਇਆ, ਤੁਹਾਡਾ ਨਾੜੂ ਕੱਠ ਉੱਥੇ ਹੋਇਆ, ਮਾਂ ਦੇ ਨਾਲੋਂ ਜੁੜਿਆ ਹੋਇਆ। ਇੰਨਾ ਮੋਹ ਮੁਹੱਬਤ ਜਿਹੜਾ ਤੁਸੀਂ ਸੀਗਾ ਉੱਥੇ ਛੱਡ ਕੇ ਆ ਗਏ, ਤੇ ਤੁਹਾਡੀ ਹੁਣ ਤੁਹਾਨੂੰ ਮੋਹ ਨਹੀਂ ਹੈ, ਮਾਂ ਦੀ ਮਮਤਾ ਨਹੀਂ ਜਾਗ ਰਹੀ? ਹਾਂਜੀ, ਬਸ ਇਹ ਸਭ ਹੁੰਦਾ ਆ ਵੀ ਤੁਹਾਡੀ ਬਰਥ ਪਲੇਸ ਆ, ਬਟ ਕੋਈ ਵੀ ਜਗ੍ਹਾ ਉੱਥੋਂ ਦੇ ਰਹਿਣ ਵਾਲੇ ਤੁਹਾਨੂੰ ਖਿੱਚਦੇ ਆ, ਜਗ੍ਹਾ ਨਹੀਂ ਖਿੱਚਦੀ ਤੁਹਾਨੂੰ। ਵੈਰੀ ਗੁੱਡ। ਤੇ ਇਸ ਕਰਕੇ ਮੈਨੂੰ ਕੋਈ ਖਿੱਚ ਜੀ ਨਹੀਂ ਮਹਿਸੂਸ। ਹਾਂ, ਮੈਂ ਆਈ ਮਿਸ ਮਾਈ ਪੇਰੈਂਟਸ, ਮੈਂ ਉਹਨਾਂ ਨੂੰ ਬਹੁਤ ਮਿਸ ਕਰਦੀ ਹਾਂ। ਤੁਸੀਂ ਪੇਰੈਂਟਸ ਕਿਉਂ ਕਿਹਾ, ਬ੍ਰਦਰ ਨੂੰ ਕਿਉਂ ਕਹਿ ਰਹੇ? ਮੈਂ ਉਹਨੂੰ ਸਟਿਲ ਮੈਂ ਬਹੁਤ ਪਿਆਰ ਕਰਦੀ ਹਾਂ, ਮੈਂ ਉਹਨੂੰ ਕੋਈ ਨਫ਼ਰਤ ਨਹੀਂ ਕਰਦੀ। ਮੈਂ ਉਹਨੂੰ ਕੋਈ ਨਫ਼ਰਤ ਨਹੀਂ ਕਰਦੀ, ਮੇਰੇ ਦਿਲ 'ਚ ਨਫ਼ਰਤ ਨਹੀਂ ਹੈ ਉਹਦੇ ਲਈ, ਨਾ ਹੀ ਮੇਰੇ ਦਿਲ 'ਚ ਗੁੱਸਾ ਆ। ਮੈਂ ਸਿਰਫ ਤੇ ਸਿਰਫ ਗਲਤ ਤੇ ਠੀਕ ਦੇ ਪੱਖ ਨੂੰ ਦੇਖ ਰਹੀ ਹਾਂ ਇਸ ਵੇਲੇ। ਮੈਨੂੰ ਉਹਦੇ ਨਾਲ ਨਫ਼ਰਤ ਨਹੀਂ। ਅੱਜ ਵੀ ਉਹ ਮੈਨੂੰ ਫੋਨ ਕਰੇ, ਅੱਜ ਵੀ ਮੇਰੇ ਨਾਲ ਕੰਪਰੋਮਾਈਜ਼ ਕਰਨਾ ਚਾਹਵੇ, ਤੇ ਮੇਰਾ ਪਿਆਰ ਉਹਦੇ ਲਈ ਉਦਾਂ ਹੀ ਹੈ। ਐਸੀ ਭੈਣ ਵਾਲਾ ਭਰਾ, ਰੱਖੜੀ ਭੇਜੀ ਨੂੰ ਬੰਨੀ ਨੂੰ ਕਿੰਨਾ ਸਮਾਂ ਹੋ ਗਿਆ ਜੀ? ਮੈਨੂੰ ਕਦੀ ਉਸ ਘਰ ਦੇ ਵਿੱਚੋਂ ਰੱਖੜੀ ਦਾ ਨਾਂ ਮੈਨੂੰ ਕਦੀ ਆਇਆ ਹੀ ਨਹੀਂਗਾ।
ਮੈਂ ਉਹਨੂੰ ਰੱਖੜੀ ਭੇਜਦੀ ਰਹੀ ਹਾਂ, ਬਟ ਮੈਨੂੰ ਉਹਦੇ ਵੱਲੋਂ ਕੁਛ ਨਹੀਂ ਆਇਆ। ਮੈਨੂੰ 15 ਸਾਲ ਹੋ ਗਏ, ਮੈਨੂੰ ਲੋਹੜੀ, ਰੱਖੜੀ, ਦੀਵਾਲੀ ਉਸ ਘਰ ਚੋਂ ਹਾਰਡਲੀ ਇੱਕ ਵਾਰੀ ਮਿਲੀ ਹੋਊਗੀ, ਦੈਟਸ ਇਟ। ਤੁਸੀਂ ਤੁਹਾਡੇ ਫਾਦਰ, ਕਿਉਂਕਿ ਇਹ ਲੁਧਿਆਣਾ ਸਿਟੀ ਜਿਹੜਾ ਆ ਬਹੁਤ ਡਿਵੈਲਪਮੈਂਟ ਸਿਟੀ ਆ, ਇੰਡਸਟਰੀਅਲ ਸਿਟੀ, ਇੱਥੇ ਇੱਕ ਜ਼ਮੀਨ ਦਾ ਚੱਪਾ ਵੀ ਲੱਖਾਂ ਰੁਪਏ ਵਿਕਦਾ, ਤਾਂ ਮੈਨੂੰ ਪਤਾ ਲੱਗਿਆ ਕਿ ਤੁਹਾਡੀ ਜ਼ਮੀਨ ਜਿਹੜੀ ਹੈ ਤੁਹਾਡੇ ਪੜਦਾਦੇ ਬਾਬਿਆਂ ਵੱਲੋਂ ਕਾਫੀ ਤੁਹਾਡੇ ਫਾਦਰ ਨੂੰ ਮਿਲੀ ਹੋਈ ਆ। ਹਾਂਜੀ। ਸੋ ਇਸ ਵੇਲੇ ਜਿਹੜੀ ਸਮੱਸਿਆ ਹੈ, ਜਿਹੜਾ ਤੁਹਾਡਾ ਭਰਾ ਆ ਜਸਮੋਹਨ ਸਿੰਘ, ਇਹ ਸ਼ਾਦੀशुदा ਆ? ਹਾਂਜੀ। ਇਹਨਾਂ ਦੀ ਵਾਈਫ ਦਾ ਨਾਮ ਕੀ ਹੈ? ਇਹਨਾਂ ਦੀ ਵਾਈਫ ਦਾ ਨਾਮ ਸ਼ਰਨਜੀਤ ਕੌਰ। ਸ਼ਰਨਜੀਤ ਕੌਰ ਦਾ ਜਿਹੜਾ ਬਿਹੇਵੀਅਰ ਕਿਹੋ ਜਿਹਾ ਹੈ ਤੁਹਾਡੀ ਭਰਜਾਈ ਦਾ? ਸ਼ਰਨਜੀਤ ਕੌਰ ਦਾ ਬਿਹੇਵੀਅਰ ਚੰਗਾ ਨਹੀਂ ਹੈ, ਉਹ ਬਹੁਤ ਜ਼ਿਆਦਾ ਬੋਲਦੀ ਆ, ਤੇ ਕਹਿ ਲਓ ਕਿ ਇੱਕ ਬ੍ਰਿਜ ਦਾ, ਇੱਕ ਵਾਈਫ ਜਿਹੜੀ ਹੁੰਦੀ ਆ, ਉਹ ਜਦੋਂ ਆਪਣੇ ਸਹੁਰੇ ਫੈਮਿਲੀ 'ਚ ਆ, ਉਹ ਇੱਕ ਬ੍ਰਿਜ ਦਾ ਕੰਮ ਕਰਦੀ ਆ ਆਪਣੇ ਇਨ-ਲॉज ਦੇ ਨਾਲ। ਆਈ ਗॉट योर पॉइंट। ਅੱਛਾ, ਮੈਨੂੰ ਇਹ ਦੱਸੋ, ਮਾਤਾ ਪਿਤਾ ਤੁਹਾਡੇ ਉੱਥੇ ਨੇ, ਜਿਹੜਾ ਜਸਮੋਹਨ ਸਿੰਘ ਹੈ ਉਹ ਕਿੰਨੀ ਉਮਰ ਹੈ? ਤੁਹਾਡਾ ਭਰਾ ਛੋਟਾ ਹੈ ਤੁਹਾਡਾ? ਮੇਰਾ ਹਾਂਜੀ 4 ਸਾਲ ਛੋਟਾ ਮੇਰੇ ਤੋਂ। ਇਹ ਤੁਹਾਡੀ ਵੱਡੀ ਭੈਣ ਆ? ਤੁਸੀਂ ਸਭ ਤੋਂ ਵੱਡੇ ਹੋ ਜਾਂ ਫਿਰ ਤੁਹਾਡੀ ਦੂਜੀ ਭੈਣ ਵੱਡੀ ਹੈ? ਮੈਂ ਸਭ ਤੋਂ ਵੱਡੀ। ਤੁਸੀਂ ਨੰਬਰ 1 ਤੇ ਹੋ, 2 ਨੰਬਰ ਤੇ ਤੁਹਾਡੀ ਸਿਸਟਰ ਹੈ, ਤੀਜੇ ਨੰਬਰ ਤੇ ਭਰਾ ਹੈ ਤੁਹਾਡਾ। ਇਹ ਜਸਮੋਹਨ ਦਾ ਵਿਆਹ ਜਿਹੜਾ ਕਿਹੜੇ ਪਿੰਡ ਹੁੰਦਾ ਆ? ਇਹ ਜੀ ਤੁਹਾਡਾ ਫੇਵਰਿਟ ਬੰਦਾ ਆ ਜਿਹੜਾ ਉਹਦੇ ਪਿੰਡ 'ਚ ਹੋਇਆ, ਪਿੰਡ ਢੱਡਰੀਆਂ, ਸੰਗਰੂਰ 'ਚ। ਖਾਮਨ, ਮੇਰਾ ਫੇਵਰਿਟ ਬੰਦਾ ਢੱਡਰੀਆਂ ਵਾਲਾ। ਆਰ ਯੂ ਕਿਡਿੰਗ? ਨਹੀਂ ਤਾਂ ਮੈਂ ਨਹੀਂ ਕਹਿ ਰਹੀ, ਮੈਂ ਸਰਕਾਸਟਿਕ ਵੇ ਨਾਲ ਕਹਿ ਰਹੀ ਹਾਂ ਕਿ ਆਪਣਾ ਢੱਡਰੀਆਂ ਵਾਲਾ। ਤੁਸੀਂ ਸਵੇਰ ਕਿੱਥੇ ਲੈ ਕੇ ਮੈਨੂੰ ਅਪਸੈਟ ਕਰ ਦਿੱਤਾ। ਮੇਰਾ ਖਾਣਾ ਸਵਾਦ ਸੀ, ਸਵੀਟ ਮਿਲਦਾ, ਉਹ ਕਿਰਕਰਾ ਕਰ ਦਿੱਤਾ ਅੱਜ ਤੁਸੀਂ। ਨਹੀਂ ਕਿਉਂਕਿ ਉਹ ਧਰਮ ਦਾ ਮਜ਼ਾਕ ਬਣਾਉਂਦਾ ਆ, ਬਾਣਾ ਪਾ ਕੇ ਨਕਲੀਆਂ ਵਾਂਗੂ ਨਕਲਾਂ ਕਰਦਾ, ਉਹ ਧਰਮ ਦੀ ਗੱਲ ਨਹੀਂ ਕਰਦਾ। ਨਹੀਂ ਜੀ ਨਹੀਂ, ਮੈਂ ਤੇ ਸਰਕਾਸਟਿਕ ਵੇ ਨਾਲ ਕਿਹਾ। ਆਈ ਸੀ। ਮੈਂ ਤੁਹਾਡੇ ਨਾਲ ਨਹੀਂ ਮੈਂ ਜੋੜਿਆ। ਬੈਟਰ ਸੀ ਕਿ ਤੁਸੀਂ ਮੈਨੂੰ ਗਾਲ ਕੱਢ ਦਿੰਦੇ ਕੋਈ ਐਸੀ। ਨੋ ਮਿਸਟਰ ਬਾਸੀ, ਸੌਰੀ ਜੇ ਤੁਹਾਨੂੰ ਬਾਦਰ ਹੋਇਆ। ਨੋ ਮੈਂ ਕਿਉਂਕਿ ਉਹ ਧਰਮ ਦਾ ਮਜ਼ਾਕ ਆ, ਇੱਕ ਮਜ਼ਾਕ ਕੇਂਦਰ ਆ, ਉਹ ਨਕਲਾਂ ਕਰਨੇ ਜਾਂ ਡਰਾਮੇ ਕਰਦਾ, ਉਹ ਡਰਾਮੇਬਾਜ਼ ਹੈ, ਇੱਕ ਪਟੋਲਾ ਜਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਿੱਖ ਕੌਮ ਜਿਹੜੀ ਆ ਬੜੀ ਪਰੇਸ਼ਾਨ ਹੈ ਇਸ ਕਲੇਣੇ ਤੋਂ। ਬਿਲਕੁਲ, ਮੇਰਾ ਵੀ ਉਹ ਫੇਵਰਿਟ ਨਹੀਂ ਹੈ। ਮੈਂ ਤੇ ਸਿਰਫ ਇੱਕ ਡਿਫਰੈਂਟ ਵੇ ਨਾਲ ਜਸਟ trying to change the atmosphere ਮੈਂ ਤਾਂ ਕਿਹਾ that's ਜੀ, ਕਿਉਂਕਿ ਉਹ ਕੋਈ ਧਰਮ ਦਾ ਪ੍ਰਚਾਰ ਨਹੀਂ, ਗੁਰਮਤਿ ਦੀ ਮਰਿਆਦਾ ਦੇ ਮੁਤਾਬਕ ਗੁਰਮਤਿ ਪ੍ਰਚਾਰ ਨਹੀਂ ਕਰਦਾ, ਉਹ ਤਾਂ ਇੱਕ ਬਾਣਾ ਪਾਉਂਦਾ, ਨਖਰੇ ਕਰਦਾ ਆ। ਔਰ ਉਹਦੇ ਬਾਰੇ ਵਿੱਚ ਮੈਂ ਸਟੇਟ ਬੜਾ ਫਾਰਵਰਡ ਆ, ਔਰ ਮੈਂ ਉਸ ਨੂੰ ਮਤਲਬ ਰੇਡੀਓ ਤੇ ਵੀ ਬੇਨਤੀ ਕੀਤੀ ਆ ਕਿ ਤੂੰ ਇੱਕ ਪ੍ਰੋਪਰ ਡਰੈਸ ਸੈਂਪਲ ਪਾ ਅਤੇ ਬਾਣੀ ਦੀ ਗੱਲ ਕਰ ਜੇ ਕਰ ਸਕਦਾ। ਔਰ ਇਹ ਨਖਰੇ ਔਰਤਾਂ ਵਾਲੇ ਤੈਨੂੰ ਛੱਡ ਦੇਣੇ ਚਾਹੀਦੇ, ਇੰਨੇ ਨਖਰੇ ਉਹਦੇ ਵਿੱਚ ਔਰਤਾਂ ਜਿਸ ਤਰ੍ਹਾਂ ਕਰਦੀਆਂ, ਇਹ ਲੇਡੀਜ਼ ਵਾਂਗੂ ਐਕਸ਼ਨ ਕਰਦਾ ਹੈ ਉਹ। ਹਾਂਜੀ, ਉਸੇ ਪਿੰਡ ਤੋਂ ਹੀ ਹੈ ਜੀ ਉਹ। ਇਹ ਐਕਚੁਅਲੀ ਢੱਡਾ ਸ਼ਬਦ ਹੀ ਮੇਰੇ ਲਈ ਹੋਰ ਹੀ ਕਰਤਾ ਕਈਆਂ ਨੇ। ਸੋ ਇਹ ਢੱਡਾ ਇੱਕ ਹੋਰ ਵੀ ਹੈ ਐਸਾ, ਉਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਆਉਣ ਵਾਲੇ ਦਿਨਾਂ ਵਿੱਚ। ਢੱਡਾ ਕੀ, ਢੱਡਾ ਵੱਟ। ਅੱਛਾ, ਢੱਡਾ ਕਹਿੰਦਾ ਟੈ ਪੈਣਾ। ਹਾਂਜੀ। ਸੋ ਐਨੀਵੇ, ਆਪਾਂ ਗੱਲ ਕਰ ਰਹੇ ਸੀ। ਅੱਛਾ, ਤੁਹਾਡੀ ਹੁਣ ਸਮੱਸਿਆ ਕੀ ਹੈ ਕਿ ਤੁਹਾਡਾ ਬ੍ਰਦਰ ਹੈ, ਤੁਹਾਡੀ ਜਿਹੜੀ ਸ਼ਾਦੀ ਹੋਈ ਹੈ, ਤੁਹਾਡੀ ਸ਼ਾਦੀ ਤੇ ਰਸਮਾਂ ਨਿਭਾਈਆਂ, ਤੁਹਾਡੇ ਭਰਾ ਨੇ, ਮਾਂ ਪਿਓ ਨੇ ਆਪਣੇ ਫਰਜ਼ ਨਿਭਾਏ ਆ ਸ਼ਾਦੀ ਕਰਨ ਦੇ ਵਿੱਚ? ਕੋਈ ਪੈਸਾ ਖਰਚ ਕੀਤਾ ਤੀ ਰਾਣੀ ਤੇ? ਨਹੀਂ ਜੀ, ਮੈਨੂੰ ਇੱਕ $10 ਤੱਕ ਨਹੀਂ ਆਏ। ਹਾਂ। ਮੇਰਾ ਵਿਆਹ ਜਦੋਂ ਮੈਂ ਸਾਈਪਰਸ ਸੀਗੀ, ਮੈਂ ਆਪਣੀ ਡਿਗਰੀ ਸ਼ੁਰੂ ਕੀਤੀ ਸੀ, ਤੇ ਮੈਂ ਆਪਣੇ ਫਾਦਰ ਨੂੰ ਕਿਹਾ ਸੀ ਕਿ ਤੁਸੀਂ ਜੋ ਵੀ ਮੇਰੇ ਵਿਆਹ ਤੇ ਖਰਚਾ ਕਰਨਾ ਚਾਹੁੰਦੇ ਹੋ ਬੇਸ਼ੱਕ ਨਾ ਕਰਿਓ, ਬਟ ਮੇਰੀ ਡਿਗਰੀ ਪੂਰੀ ਕਰਾ ਦਿਓ, ਡਿਗਰੀ ਤੇ ਖਰਚ ਦੇ ਦਿਓ। ਉਹਨਾਂ ਨੇ ਨਾ ਕਰ ਦਿੱਤੀ। ਹਾਂ, ਮੇਰੇ ਫਾਦਰ ਨੇ ਮੈਨੂੰ ਇੱਕ ਸਮੈਸਟਰ ਦੇ ਡੇਢ ਸਮੈਸਟਰ ਦੇ ਮੈਨੂੰ ਪੈਸੇ ਭੇਜੇ ਸੀ, ਤੇ ਉਸ ਤੋਂ ਬਾਅਦ ਮੇਰੇ ਬ੍ਰਦਰ ਨੂੰ ਪਤਾ ਲੱਗ ਗਿਆ ਕਿ ਮੇਰੇ ਫਾਦਰ ਨੇ ਮੈਨੂੰ ਪੈਸੇ ਭੇਜੇ ਆ। ਜੀ। ਉਹਨੇ ਬੈਂਕ ਵਿੱਚ ਜਾ ਕੇ ਆਪਣਾ ਫੋਨ ਨੰਬਰ ਦੇ ਕੇ ਅਲਰਟ ਲਵਾ ਦਿੱਤੀ ਕਿ ਜੇ ਮੇਰੇ ਫਾਦਰ ਹੋਰ ਪੈਸੇ ਭੇਜਣ ਤੇ ਉਹਨੂੰ ਪਤਾ ਲੱਗ ਜਾਵੇ। ਜੀ। ਜਦੋਂ ਮੇਰੇ ਫਾਦਰ ਨੇ ਮੈਨੂੰ ਪੈਸੇ ਭੇਜੇ, ਉਹਨੂੰ ਪਤਾ ਲੱਗ ਗਿਆ, ਉਹਨੇ ਜਾ ਕੇ ਘਰ ਰੌਲਾ ਪਾ ਦਿੱਤਾ, ਤੇ ਉਹਨਾਂ ਨੇ ਮੈਨੂੰ ਪੈਸੇ ਦੁਬਾਰਾ ਨਹੀਂ ਦਿੱਤੇ ਮੇਰੀ ਪੜ੍ਹਾਈ ਪੂਰੀ ਕਰਨ ਦੇ ਲਈ। ਫਿਰ ਮੈਂ ਕੁਛ ਨਹੀਂ ਕਿਹਾ। ਜਦੋਂ ਮੇਰਾ ਵਿਆਹ ਹੋ ਗਿਆ, ਮੈਂ ਕੈਨੇਡਾ ਆ ਗਈ, ਤੇ ਮੈਂ ਕਿਹਾ ਵੀ ਭਾਈ ਮੇਰੇ ਪੈਸੇ ਦਿਓ। ਤੇ ਮੇਰੇ ਵਿਆਹ ਦੇ ਤੇ ਮੈਂ ਇਹਨਾਂ ਨੂੰ ਦੱਸਿਆ ਸੀ ਕਿ ਮੇਰਾ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਕਿ ਇਸ ਤਰੀਕ ਨੂੰ ਵਿਆਹ ਆ। ਮੈਨੂੰ ਕੋਈ ਚੀਜ਼ ਨਹੀਂ ਆਈ, ਮੈਨੂੰ ਕੋਈ ਚੀਜ਼ ਨਹੀਂ ਉਹਨਾਂ ਵੱਲੋਂ ਆਈ। ਤੇ ਤੁਸੀਂ ਆਪਣਾ ਕਾਨੂੰਨ ਦੇ ਮੁਤਾਬਕ ਸ਼ੇਅਰ ਲੈਣਾ ਚਾਹੁੰਦੇ ਤਾਂ ਤੁਹਾਨੂੰ ਸ਼ੇਅਰ ਜਿਹੜਾ ਆ, ਕਿੰਨੀ ਜ਼ਮੀਨ ਤੁਹਾਡੀ ਕਿੰਨੀ ਆ? ਮੇਰੇ ਫਾਦਰ ਦੀ 14-15 ਕਿੱਲੇ ਜ਼ਮੀਨ ਆ, ਜਿਹਦੇ ਵਿੱਚੋਂ ਉਹ ਕਾਫੀ ਵੇਚ ਵੀ ਚੁੱਕੇ ਆ। ਤੇ ਉਹਨਾਂ ਦੇ ਕੋਲ ਹੁਣ ਜੇ ਮੇਰੀ ਬੈਸਟ ਨੌਲੇਜ ਦੇ ਹਿਸਾਬ ਦੇ ਨਾਲ ਉਹਨਾਂ ਦੇ ਕੋਲੇ 8-9 ਕਿੱਲੇ ਹੋਣੀ ਚਾਹੀਦੀ ਹੈ, ਜਿਹੜੇ 8-9 ਕਿੱਲਿਆਂ ਦੇ ਵਿੱਚੋਂ
ਕੁਛ ਮਹੀਨੇ ਪਹਿਲਾਂ ਉਹਨਾਂ 3 ਕਿੱਲੇ ਵੇਚੀ ਸੀ। ਜਦੋਂ ਮੈਨੂੰ ਪਤਾ ਲੱਗਿਆ ਸੀ ਮੈਂ ਕਿਹਾ ਸੀ ਕਿ ਇਹ 3 ਕਿੱਲੇ ਤੁਸੀਂ ਵੇਚੀ, ਇਹਦੇ ਵਿੱਚ ਮੇਰੇ ਜਿਹੜੀ ਮਨੀ ਬਣਦੀ ਆ ਉਹ ਮੈਨੂੰ ਭੇਜ ਦਿਓ, ਤੇ ਜਿਹੜੇ ਬਾਕੀ ਦੀ ਪ੍ਰਾਪਰਟੀ ਆ ਉਹ ਉਸ ਤਰ੍ਹਾਂ ਹੀ ਰਹਿਣ ਦਿਓ, ਮੇਰੇ ਫਾਦਰ ਨੂੰ ਬਿਲੋਂਗ ਕਰਦੀ ਆ, ਉਹ ਜੋ ਕਰਨਗੇ ਠੀਕ ਆ, ਭਾਵੇਂ ਮੇਰਾ ਵੀ ਉਹਦੇ ਵਿੱਚ ਸ਼ੇਅਰ ਆ, ਬਟ ਜੋ ਮੇਰਾ ਫਾਦਰ ਡਿਸਾਈਡ ਕਰੇਗਾ ਦੈਟਸ ਫਾਈਨ। ਬਟ ਹੁਣ ਮੈਨੂੰ ਥੋੜੇ ਦਿਨ ਪਹਿਲਾਂ ਪਤਾ ਲੱਗਿਆ ਕਿ ਜਿਹੜੀ ਬਾਕੀ ਦੀ ਜ਼ਮੀਨ ਆ ਸਾਰੀ ਮੇਰੇ ਬ੍ਰਦਰ ਨੇ ਵੇਚ ਦਿੱਤੀ ਆ। ਤੁਸੀਂ ਆਪਣੀ ਜ਼ਮੀਨ ਦੇ ਉੱਪਰ ਜਿਹੜੀ ਬਾਕੀ ਰਹਿੰਦੀ ਆ ਉਹਦੇ ਉੱਪਰ ਇੱਕ ਸਟੇਟਸ ਕੋ ਲੈ ਸਕਦੇ ਹੋ, ਔਰ ਕੁਝ ਐਡਵੋਕੇਟ ਮੈਨੂੰ ਸਹੁਰੇ ਹੋਣਗੇ ਦੀ ਕਰੈਕਟ ਮੀ ਆਲਸੋ, ਔਰ ਇੱਕ ਧਾਰਾ ਆ ਨਾ ਉਹ ਵੇਚ ਸਕਦੇ ਆ ਤੇ ਨਾ ਕੁਝ ਬੀਜ ਸਕਦੇ ਆ। ਸੋ ਇਹੋ ਜਿਹੀ ਧਾਰਾ ਜਿਹੜੀ ਆ ਉਹ ਮੈਂ ਤੁਹਾਨੂੰ ਇੱਕ ਵਕੀਲ ਦਾ ਨੰਬਰ ਦਿੱਤਾ ਸੀ, ਜਿਹੜਾ ਕਿ ਸਪੈਸ਼ਲ ਵਕੀਲ ਹੈ ਮਿਸਟਰ ਵਰਮਾ। ਜੇ ਕਿਸੇ ਨੂੰ ਕੋਈ ਚੰਗਾ ਵਕੀਲ ਚਾਹੀਦਾ ਹੋਵੇ, ਦੁਨੀਆ 'ਚ ਜਿਹੜੇ ਲੋਕ ਵਸਦੇ ਨੇ ਔਰ ਥੋੜੇ ਜਿਹੇ ਪੈਸਿਆਂ ਵਿੱਚ ਹੀ ਤੁਹਾਡੀ ਜ਼ਮੀਨ ਤੁਹਾਨੂੰ ਦਵਾਉਂਦੇ ਨੇ, ਤਕਸੀਮ ਕਰਾਉਂਦੇ ਨੇ ਔਰ ਕਿਸ ਤੋਂ ਜ਼ਮੀਨ ਛੁਡਾ ਕੇ ਵੀ ਦਿੰਦੇ ਨੇ, ਦੁਨੀਆ ਵਾਲੇ ਨੋਟ ਕਰ ਲਓ ਇਹ ਨੰਬਰ ਉਸ ਵਕੀਲ ਦਾ ਮਿੱਤਰ ਔਰ ਜਲੰਧਰ ਦੇ ਵਕੀਲ ਨੇ ਮਿਸਟਰ ਵਰਮਾ। ਅੱਛਾ, ਤੁਸੀਂ ਆਪਣੀ ਜ਼ਮੀਨ ਤੇ ਸਟੇਟਸ ਕੋ ਸਟੇ ਦਿਵਾਉਣ ਦੇ ਵਾਸਤੇ ਉਸ ਵਕੀਲ ਨਾਲ ਗੱਲ ਕਰ ਚੁੱਕੇ ਹੋ, ਕਨਫਰਮੇਸ਼ਨ ਮੈਨੂੰ ਆ ਗਈ ਵੈਸੇ ਪੰਜਾਬ ਤੋਂ, ਔਰ ਇਹ ਤੁਸੀਂ ਇੱਕ ਬਹੁਤ ਵਧੀਆ ਸਟੈਪ ਲਿਆ ਤਾਂ ਕਿ ਤੁਹਾਨੂੰ ਤੁਹਾਡਾ ਜਿਹੜਾ ਆ ਉਹ ਹਿੱਸਾ ਮਿਲ ਸਕੇ। ਦੂਸਰੀ ਗੱਲ ਹੈ ਕਿ ਤੁਹਾਡੇ ਬ੍ਰਦਰ ਨੂੰ ਮੈਂ ਟੈਲੀਕਾਸਟ ਕਰਨਾ ਚਾਹੁੰਦਾ, ਜਿਹੜਾ ਤੁਹਾਨੂੰ ਡਰਾਉਂਦਾ ਵੀ ਆ, ਅਤੇ ਤੁਹਾਡੀ ਜਿਹੜੀ ਵਾਈਫ ਆ ਉਹਦੇ ਭਰਾ ਦੀ, ਜਦੋਂ ਮੈਂ ਕੱਲ ਕਾਲ ਕੀਤਾ ਤਾਂ ਫੋਨ ਤੁਹਾਡੀ ਮਾਤਾ ਜੀ ਨੇ ਚੁੱਕਿਆ, ਔਰ ਮਾਤਾ ਜੀ ਬਿਰਧ ਅਵਸਥਾ ਵਿੱਚ ਉਹਨੂੰ ਸਮਝ ਸਕਦੇ ਸੀ ਕਿ ਕਹਿੰਦੀ ਮੇਰਾ ਬੇਟਾ ਸੁੱਤਾ ਪਿਆ, ਤੇ ਇੱਕ ਔਰਤ ਫੋਨ ਚੁੱਕਦੀ ਆ, ਮੇਰੇ ਕੋਲ ਰਿਕਾਰਡਿੰਗ ਪਈ ਆ, ਮੈਂ ਕੌਣ, ਕਹਿੰਦੀ ਜੀ ਮੈਂ ਤਾਂ ਰਿਸ਼ਤੇਦਾਰ ਆਈ ਹੋਈ ਇਹਨਾਂ ਨੇ, ਤੁਸੀਂ ਕੌਣ ਬੋਲਦੇ ਹੋ? ਮੈਂ ਕਿਹਾ ਜੀ ਮੈਂ BBC ਟੋਰਾਂਟੋ ਹੈੱਡਕੁਆਟਰ ਤੋਂ ਬੋਲ ਰਿਹਾ, ਮੇਰੀ ਰਿਕਾਰਡਿੰਗ ਹੈ, ਜੋਗਿੰਦਰ ਬਾਸੀ, ਮੈਂ ਕੈਨੇਡੀਅਨ ਜਰਨਲਿਸਟ ਹੈ, ਤਾਂ ਇੱਕ ਫਰਾਡ ਇਨਵੋਲਵ ਹੈ ਇਹਦੇ ਵਿੱਚ, ਤਾਂ ਉਹ ਅਸੀਂ ਕਵਰ ਕਰਨਾ ਚਾਹੁੰਦੇ ਕਿਉਂਕਿ ਧੀ ਪੁੱਤ ਹੋਵੇ ਉਹਦੇ ਕੋਲ ਕਾਨੂੰਨ ਦੇ ਮੁਤਾਬਕ ਹਾਈ ਕੋਰਟ ਦੇ ਹੁਕਮ ਨੇ, ਉਹਨਾਂ ਦਾ ਹਿੱਸਾ ਮਿਲਣਾ ਚਾਹੀਦਾ, ਜਿਹੜਾ ਕਿ ਤੁਹਾਡਾ ਹਿੱਸਾ ਤੁਹਾਡਾ ਭਰਾ ਨਹੀਂ ਤੁਹਾਨੂੰ ਦੇ ਰਿਹਾ। ਅਤੇ ਕਈ ਵਾਰੀ ਭੈਣਾਂ ਹਿੱਸਾ ਨਹੀਂ ਲੈਂਦੀਆਂ ਜਦੋਂ ਭੈਣ ਭਰਾ ਦਾ ਰਿਸ਼ਤਾ ਬਿਲਕੁਲ ਕਾਇਮ ਹੁੰਦਾ ਤੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਅਤੇ ਜਿਹੜੇ ਸਗਨ ਨੇ ਉਹ ਕਰਦੇ ਨੇ। ਜਦੋਂ ਉਹਨਾਂ ਨੇ ਤੁਹਾਨੂੰ ਇੱਕ ਪਾਸੇ ਛੱਡਿਆ ਤਾਂ ਤੁਸੀਂ ਆਪਣੀ ਜ਼ਮੀਨ ਕਿਉਂ ਨਾ ਲਓ, ਤੁਹਾਡੇ ਪੂਰੇ ਹੱਕ ਨੇ। ਸੋ ਇਹਨਾਂ ਆਪਣੇ ਹੱਕਾਂ ਨੂੰ ਤੁਸੀਂ ਵਰਤਦੇ ਹੋ, ਕੋਰਟ ਵਿੱਚ ਜਾ ਸਕਦੇ ਹੋ। ਸੋ ਤੁਹਾਡੀ ਭਰਜਾਈ ਨੇ ਜੋ ਸਾਨੂੰ ਕਿਹਾ ਫੋਨ ਤੇ ਹੈਰਾਨੀ ਵਾਲੀ ਗੱਲ ਸੀ, ਮੈਂ ਕਿ ਤੁਸੀਂ ਕਿ ਰਸਤੇ 'ਚ ਲੱਗਦੇ ਹੋ, ਔਰ ਪਹਿਲੀ ਗੱਲ ਤਾਂ ਬੜੀ ਐਰੋਗੈਂਟ ਸੀ ਲੇਡੀ, ਔਰ ਐਨੀ ਐਰੋਗੈਂਟ ਲੇਡੀ ਦੀ ਦੇਖੀ ਮੈਂ। ਉਸ ਤੋਂ ਬਾਅਦ ਮੈਨੂੰ ਵੀ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਉਸ ਔਰਤ ਨੇ। ਉਸ ਔਰਤ ਦਾ ਨਾਮ ਜਿਹੜਾ ਆ ਉਹ ਮੈਂਸ਼ਨ ਕਰਨਾ ਚਾਹੁੰਦੇ ਹੋ, ਔਰ ਸ਼ਰਨਜੀਤ ਕੌਰ, ਕੀ ਖਿਆਲ ਤੁਹਾਡਾ ਇਹੀ ਹੈ ਨਾ? ਹਾਂਜੀ, ਸ਼ਰਨਜੀਤ ਕੌਰ ਜਿਹੜੀ ਜਸਮੋਹਨ ਦੀ ਵਾਈਫ ਹੈ। ਪਲੀਜ਼ ਪ੍ਰੋਸੀਡ ਕਰੋ। ਇਹਨਾਂ ਦੋਨਾਂ ਦੀ ਤਸਵੀਰਾਂ ਜਿਹੜੀਆਂ ਕਿ ਸਾਡੀ ਇਸ ਭੈਣ ਨੂੰ ਭਰਾ ਤੰਗ ਕਰ ਰਿਹਾ, ਨਾਲ ਭਰਜਾਈ ਤੰਗ ਕਰ ਰਹੀ ਹੈ, ਤੇ ਇਹਨਾਂ ਦਾ ਬਣਦਾ ਹਿੱਸਾ ਨਹੀਂ ਦੇ ਰਹੇ ਅਤੇ ਇਹਨਾਂ ਨੂੰ ਡਰਾਉਂਦੇ ਨੇ, ਅਤੇ ਜੇ ਤੁਸੀਂ ਪੰਜਾਬ ਆਓਗੇ ਤਾਂ ਤੁਹਾਨੂੰ ਅਸੀਂ ਆਹ ਕਰਾ ਦੇਵਾਂਗੇ। ਤਾਂ ਇਹ ਡਰੀ ਬੈਠੀ ਸਾਡੀ ਭੈਣ ਕੈਨੇਡਾ ਵਿੱਚ ਟਰੱਕ ਚਲਾ ਰਹੀ ਹੈ, BA ਕੀਤੀ ਹੋਈ ਹੈ ਅਤੇ ਲਾਅ ਕਰ ਰਹੀ ਸੀ, ਦੇ ਵਿੱਚ ਹੀ ਲਾਅ ਦੀ ਡਿਗਰੀ ਨਾ ਕਰਨ ਦਾ ਕਾਰਨ ਕਿਉਂਕਿ ਪੈਸੇ ਨਾ ਹੋਣ ਕਰਕੇ ਇਹਨਾਂ ਨੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਵਿਦਿਆ ਦੇ ਪੱਖੋਂ ਜਿਹੜੀ ਹੈ ਅਧੂਰੀ ਰਹੀ, ਕਿਉਂਕਿ ਇਹਨਾਂ ਨੂੰ ਕੋਈ ਵੀ ਸਹਾਰਾ ਨਹੀਂ ਮਿਲਿਆ। ਛੋਟੀ ਉਮਰ ਵਿੱਚ ਆ ਗਏ। ਜੇ ਲੋਕ ਕੁਝ ਭਰਾ, ਕੁਝ ਭਰਜਾਈਆਂ, ਭਰਾ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਆਪਣੇ ਭੈਣਾਂ ਦਾ ਘਰ ਬਸਾਉਂਦੇ ਨੇ ਅਤੇ ਨਾ ਕਿ ਭੈਣਾਂ ਦਾ ਘਰ ਉਜਾੜਦੇ ਨੇ। ਸੋ ਇਹ ਉਜਾੜਨ ਵਾਲਾ ਵਿਅਕਤੀ ਹੈ, ਔਰ ਜੇ ਵਿਦਿਆ ਲਈ ਹੁੰਦੀ ਤਾਂ ਹੁਣ ਇਹ ਲਾਅ ਫਰਮ ਵਿੱਚ ਹੁੰਦੀ। ਇਹ ਭਰਾ ਆ। ਨਾਲ ਇੱਕ ਹੋਰ ਔਰਤ ਦੀ ਤਸਵੀਰ ਹੈ, ਉਹ ਵੀ ਟੈਲੀਕਾਸਟ ਕਰੋ ਸਿੱਧੂ ਜੀ। ਯੂ ਹੈਵ ਦੈਟ? ਸੋ ਅਸੀਂ ਉਹ ਦਿਖਾ ਰਹੇ ਆ ਜਿਹੜੀ ਕਿ ਸ਼ਰਨਜੀਤ ਕੌਰ ਆ। ਸ਼ਰਨਜੀਤ ਕੌਰ ਹੀ ਤੁਹਾਨੂੰ ਜ਼ਿਆਦਾ ਟਰਬਲ ਦਿੰਦੀ ਆ? ਸ਼ਰਨਜੀਤ ਬਾਸੀ ਸਾਹਿਬ, ਕਈ ਵਾਰੀ ਕੋਈ ਤੁਸੀਂ ਸਾਹਮਣੇ ਨਹੀਂ ਹੁੰਦੇ ਤੇ ਕੁਝ ਗੱਲਾਂ ਕਈ ਵਾਰੀ ਕਈਆਂ ਵੀ ਆਈ ਡੋਨਟ ਨੋ ਕਿਦਾਂ ਦੱਸਿਆ ਜਾਵੇ। ਹਾਂ, ਬਟ ਉਹ ਟਰਬਲ ਮੇਕਰ ਜ਼ਰੂਰ ਆ। ਮੈਂ ਤੁਹਾਡੇ ਕੁਐਸਚਨ ਦਾ ਆਨਸਰ ਸਿੰਪਲੀ ਸ਼ੀ ਇਜ਼ ਟਰਬਲ ਮੇਕਰ, ਪਰ ਕਾਫੀ ਬੈਡ ਰੋਲ ਪਲੇ ਕਰ ਰਹੀ ਹੈ। ਔਰ ਟਰਬਲ ਮੇਕਰ, ਟਰਬਲ ਸ਼ੂਟਰ ਹੈ, ਦੋਨੋਂ ਹੀ ਹੈ ਜੀ। ਓ ਆਈ ਸੀ। ਸੋ ਤੁਹਾਡੇ ਨਾਲ ਉਹ ਇਹੋ ਜਿਹੀ ਟਰਬਲ ਖੜੀ ਕਰਦੇ ਨੇ। ਸੋ ਦਿਸ ਇਜ਼ ਵੈਰੀ ਸੈਡ ਪਾਰਟ। ਸੋ ਇਹ ਇੰਨਾ ਇੱਕ ਸੈਡ ਪਾਰਟ ਹੈ ਜ਼ਿੰਦਗੀ ਦਾ। ਸੋ ਹੁਣ ਤੁਸੀਂ ਕਹਿਣਾ ਕੀ ਚਾਹੁੰਦੇ ਲੋਕਾਂ ਨੂੰ ਕਿ ਆਪਣੀ ਜ਼ਮੀਨ ਤੁਹਾਨੂੰ ਮਿਲਣੀ ਚਾਹੀਦੀ ਹੈ, ਅਤੇ ਲੋਕਾਂ ਨੂੰ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਭੈਣਾਂ ਭਰਾਵਾਂ ਨੂੰ ਜਿਨ੍ਹਾਂ ਨੇ ਆਪਣੇ ਹਿੱਸੇ ਬਣਦੇ ਆ ਜਾਂ ਜਿਨ੍ਹਾਂ ਨੂੰ ਹਿੱਸੇ ਬਣਦੇ ਆ ਮਿਲੇ ਨਹੀਂ, ਉਹਨਾਂ ਨੇ ਕਿਵੇਂ ਲਏ ਆ? ਸਾਡੇ ਪਾਸ ਬਹੁਤ ਸਾਰੇ ਲੋਕ ਆਉਣਗੇ ਜਿਹੜੇ ਕਿ ਇਹ ਕਹਿਣਗੇ ਕਿ ਹਾਂ ਅਸੀਂ ਵੀ ਕੋਰਟ ਰਾਹੀਂ ਆਪਣੇ ਭਰਾ ਤੋਂ ਬਣਦੀ ਜਿਹੜੀ ਆ ਪ੍ਰਾਪਰਟੀ ਲਈ ਹੈ, ਜਦ ਕਿ ਲੈਣੀ ਚਾਹੀਦੀ ਹੈ। ਕੁਝ ਔਰਤਾਂ ਕਹਿੰਦੀਆਂ ਕਿ ਨਹੀਂ, ਅਸੀਂ ਆਪਣੇ ਜਿਹੜੀ ਜ਼ਮੀਨ ਹੈ ਉਹ ਆਪਣੇ ਪੀਰ ਜ਼ਮੀਨ ਜਿਹੜੀ ਆਪਣੇ ਭਰਾਵਾਂ ਨੂੰ ਦੇ ਜਾਣੀ ਹੈ। ਬਟ ਇੱਥੇ ਤੁਹਾਡੀ ਜਿਹੜੀ ਸਿਸਟਰ ਹੈ ਉਹ ਵੀ ਡਿਮਾਂਡ ਕਰਦੀ ਹੈ ਆਪਣੇ ਹਿੱਸੇ ਦੀ? ਮੇਰੀ ਸਿਸਟਰ ਨੇ ਡਿਮਾਂਡ ਨਹੀਂ ਕੀਤੀ। ਮੇਰੀ ਸਿਸਟਰ ਨੇ ਇਹ ਕਿਹਾ ਕਿ ਮੈਂ ਲਿਖ ਕੇ ਨਹੀਂ ਦੇਣਾ, ਵੀ ਸਾਰਾ ਕੁਝ ਮੈਂ ਤੁਹਾਨੂੰ ਦੇ ਦਿੱਤਾ। ਬਟ ਜੇ ਉਹ ਕਹਿੰਦੀ ਹੈ ਕਿ ਜੇ ਤੁਸੀਂ ਸਾਰੇ ਆਪਸ ਵਿੱਚ ਸਹੀ ਤਰੀਕੇ ਨਾਲ ਚੱਲਦੇ ਹੋ ਤੇ ਐਂਡ ਆਫ ਦਾ ਡੇ ਜਿਹੜਾ ਕੋਰਟ ਵੱਲੋਂ ਡਿਸੀਜਨ ਹੋਏਗਾ ਮੈਂ ਉਹਦਾ ਉਸ ਟਾਈਮ ਦੇ ਉੱਪਰ ਡਿਸਾਈਡ ਕਰੂੰਗੀ ਵੀ ਮੈਂ ਕੀ ਕਰਨਾ ਆ। ਤੁਸੀਂ ਕੋਰਟ ਕੇਸ ਵਿੱਚ ਉਹ ਤੁਹਾਡੀ ਜਿਹੜੀ ਭਰਜਾਈ ਆ ਉਹ ਕਹਿੰਦੀ ਕਿ ਆਪਣੇ ਕੁਲਵਿੰਦਰ ਨੇ ਤੁਸੀਂ ਮਤਲਬ ਕਿ ਆਪਣੇ ਇਹੋ ਜਿਹੀ ਹੈ ਕਿ ਆਪਣੇ ਫਾਦਰ ਤੇ ਕੇਸ ਕਰ ਦਿੱਤਾ,
ਕੇਸ ਨਹੀਂ ਜੀ, ਕਿਹੜਾ ਕਹਿ ਰਹੀ ਹੈ? ਮੈਂ ਕੋਈ ਕੇਸ ਨਹੀਂ ਕੀਤਾ, ਮੈਂ ਤੇ ਆਪਣੇ ਰਾਈਟ ਲਈ, ਮੈਂ ਆਪਣੀ ਜ਼ਮੀਨ ਦੇ ਲਈ ਮੰਗ ਰਹੀ ਹਾਂ। ਮੈਂ ਤੇ ਉਹਨਾਂ ਦੇ personal ਤੁਸੀਂ ਕੋਈ ਸਿਵਲ ਕੋਰਟ ਵਿੱਚ ਗਏ ਹੋ, ਨਾ ਕਿ ਹਾਂਜੀ। ਕ੍ਰਿਮੀਨਲ ਕੋਰਟ ਵਿੱਚ ਗਏ ਹੋ, ਨਹੀਂ। ਔਰ ਤੁਸੀਂ ਆਪਣੇ ਫਾਦਰ ਤੋਂ ਇਹ ਮੰਗ ਕੀਤੀ ਹੈ ਕਿ ਮੈਨੂੰ ਮੇਰਾ ਹਿੱਸਾ ਬਣਦਾ ਦਿੱਤਾ ਜਾਵੇ, ਜਿਹੜਾ ਕਿ ਤੁਹਾਡੇ ਕੋਲ ਹੱਕ ਹੈ, ਕਿਉਂਕਿ ਹਾਂਜੀ। ਇਹ ਤੁਹਾਡੇ ਫਾਦਰ ਦੀ ਜ਼ਮੀਨ ਹੀ, ਤੁਹਾਡੇ ਫਾਦਰ ਦੇ ਫਾਦਰ ਦੀ ਜ਼ਮੀਨ ਹੈ, ਜਿਹਦਾ ਤੁਹਾਡਾ ਹੱਕ ਜਿਹੜਾ ਤੁਸੀਂ ਲੈਣਾ ਚਾਹੁੰਦੇ ਹੋ। ਔਰ ਅਸੀਂ ਹੋਲਡ ਰੱਖੋ, ਕੁਝ ਪਬਲਿਕ ਅਪੀਲ ਲੈਣੀ ਚਾਹਾਂਗੇ।